ਪਿਆਰੇ ਬੱਚਿਓ, 5 ਸਤੰਬਰ 2020 ਨੂੰ ਸਮਾਜਿਕ ਸਿੱਖਿਆ ਦਾ 8ਵੀਂ ਕਲਾਸ ਦਾ ਜੋ ਪੈਸ ਦਾ ਟੈਸਟ ਹੋਇਆ ਆ, ਅੱਜ ਆਪਾਂ ਉਹਨੂੰ ਹੱਲ ਕਰਕੇ ਦੇਖਾਂਗੇ। ਵੈਸੇ ਤੁਸੀਂ ਸਾਰਿਆਂ ਨੇ ਟੈਸਟ ਦੇ ਦਿੱਤਾ, ਪਰ ਆਪਾਂ ਦੇਖਾਂਗੇ ਵੀ ਤੁਸੀਂ ਪ੍ਰਸ਼ਨਾਂ ਦੇ ਉੱਤਰ ਸਹੀ ਭਰੇ ਕਿ ਨਹੀਂ। ਪਹਿਲਾ ਪ੍ਰਸ਼ਨ ਹੈ, ਗਰਮੀਆਂ ਦੇ ਮੌਸਮ ਵਿੱਚ ਅਸੀਂ ਸਾਰੇ ਹੀ ਸੂਤੀ ਕੱਪੜੇ ਪਹਿਨਣਾ ਪਸੰਦ ਕਰਦੇ ਹਾਂ। ਭਾਰਤ ਵਿੱਚ ਸੂਤੀ ਕੱਪੜਿਆਂ ਦਾ ਪਹਿਲਾ ਕਾਰਖਾਨਾ 1853 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਲਗਾਇਆ ਗਿਆ। ਹੇਠ ਲਿਖਿਆਂ ਵਿੱਚੋਂ ਦੱਸੋ ਕਿ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ। ਸਾਡੇ ਆਪਸ਼ਨ ਹੈਗੇ ਆ ਕਲਕੱਤਾ, ਬੈਂਗਲੌਰ, ਮੁੰਬਈ, ਦਿੱਲੀ। ਤਾਂ ਬੱਚਿਓ, ਆਨਸਰ ਦੇਖਣ ਤੋਂ ਪਹਿਲਾਂ ਤੁਸੀਂ ਪੜ੍ਹੋ। ਦੇਖੋ ਕੀ ਲਿਖਿਆ ਹੈ, ਇੰਡੀਆਜ਼ ਫਸਟ ਸਟੀਮ ਪਾਵਰ ਟੈਕਸਟਾਈਲ ਮਿਲ ਦਾ ਬੰਬੇ ਸਪਿਨਿੰਗ ਐਂਡ ਵੀਵਿੰਗ ਮਿਲ, ਇਹ ਨਾਂ ਸੀ ਉਸ ਮਿਲ ਦਾ, ਉਸ ਫੈਕਟਰੀ ਦਾ। ਵਾਜ਼ ਐਸਟੈਬਲਿਸ਼ਡ ਇਨ 1854 ਐਂਡ ਵਿਦ ਇਨੀਸ਼ੀਅਲ ਇਨਵੈਸਟਮੈਂਟ ਆਫ INR 5 ਲੱਖ, 5 ਲੱਖ ਰੁਪਏ ਲਾ ਕੇ ਬੰਬੇ ਸਪਿਨਿੰਗ ਐਂਡ ਵੀਵਿੰਗ ਮਿਲ ਦੀ ਸਥਾਪਨਾ ਹੋਈ ਆ 1854 ਵਿੱਚ। ਜਿਹੜੀ ਭਾਰਤ ਦੀ ਸਭ ਤੋਂ ਪਹਿਲੀ ਸੂਤੀ ਕੱਪੜਾ ਮਿਲ ਸੀ। ਆ ਉਸ ਮਿਲ ਦੀ ਫੋਟੋ ਹੈਗੀ ਆ, ਜਿਸ ਤਰ੍ਹਾਂ ਉਹਦੇ ਵਿੱਚ ਵਰਕਰ ਕੰਮ ਕਰਦੇ ਪਏ ਸੀ। ਤਾਂ ਸਾਨੂੰ ਪਤਾ ਲੱਗ ਗਿਆ ਇਹਦਾ ਆਪਸ਼ਨ ਕੀ ਹੈਗਾ, ਜਿਹੜਾ ਆਨਸਰ ਸਾਡਾ ਬੰਬਈ। ਦੂਸਰਾ, ਅਧਿਆਪਕ ਨੇ ਕਲਾਸ ਵਿੱਚ ਦੱਸਿਆ ਕਿ ਅੰਗਰੇਜ਼ਾਂ ਨੇ ਭਾਰਤ ਉੱਤੇ ਕਬਜ਼ਾ ਕਰਨ ਲਈ ਅਨੇਕਾਂ ਨੀਤੀਆਂ ਅਪਣਾਈਆਂ ਸਨ। ਉਹਨਾਂ ਵਿੱਚੋਂ ਇੱਕ ਨੀਤੀ ਅਨੁਸਾਰ ਜੇਕਰ ਕਿਸੇ ਰਾਜ ਦਾ ਸ਼ਾਸਕ ਸੰਤਾਨਹੀਨ ਮਰ ਜਾਂਦਾ ਸੀ ਤਾਂ ਉਸ ਦੇ ਗੋਦਲੇ ਪੁੱਤਰ ਨੂੰ ਉੱਤਰਾਧਿਕਾਰੀ ਨਹੀਂ ਮੰਨਿਆ ਜਾਂਦਾ ਸੀ। ਅਧਿਆਪਕ ਕਿਸ ਨੀਤੀ ਬਾਰੇ ਪੜ੍ਹਾ ਰਿਹਾ ਹੈ? ਯਾਨੀ ਜੇ ਕੋਈ ਰਾਜਾ, ਉਹਦੀ ਕੋਈ ਸੰਤਾਨ ਨਹੀਂ ਸੀ, ਉਹ ਮਰ ਜਾਂਦਾ ਸੀ, ਜਾਂ ਕੋਈ ਰਾਜਾ ਜਿਹਦੀ ਕੋਈ ਸੰਤਾਨ ਨਹੀਂ ਸੀ ਪਰ ਉਹਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਬੱਚੇ ਨੂੰ ਗੋਦ ਲਿਆ ਸੀ, ਉਹਨੂੰ ਅੰਗਰੇਜ਼ ਜਿਹੜੇ ਸੀ ਉੱਤਰਾਧਿਕਾਰੀ ਨਹੀਂ ਮੰਨਦੇ ਸੀ, ਉਹਨੂੰ ਉਹਦੀ ਮੌਤ ਤੋਂ ਬਾਅਦ ਰਾਜਾ ਨਹੀਂ ਮੰਨਦੇ ਸੀ। ਇਹ ਕਿਹਦੀ ਨੀਤੀ ਸੀ? ਲਗਾਨ ਨੀਤੀ, ਲੈਪਸ ਦੀ ਨੀਤੀ, ਇਹਨਾਂ ਵਿੱਚੋਂ ਕੋਈ ਨਹੀਂ। ਸਹਾਇਕ ਸੰਧੀ। ਤਾਂ ਤੁਹਾਨੂੰ ਪਤਾ ਲੈਪਸ ਦੀ ਨੀਤੀ, ਲੈਪ ਵਰਡ ਜਿਹੜਾ ਇੰਗਲਿਸ਼ ਦਾ LAP, ਇਹਦਾ ਮਤਲਬ ਹੀ ਹੁੰਦਾ ਗੋਦ। ਤਾਂ ਇਹ ਲਾਰਡ ਡਲਹੌਜੀ ਆ ਜਿਸ ਨੇ ਉਹ ਨੀਤੀ ਸ਼ੁਰੂ ਕੀਤੀ ਸੀ। ਤਾਂ ਉੱਤਰ ਹੈਗਾ ਲੈਪਸ ਦੀ ਨੀਤੀ। ਤੀਸਰਾ ਪ੍ਰਸ਼ਨ ਹੈ, ਭਾਰਤ ਦੇ ਰਾਜਨੀਤਿਕ ਨਕਸ਼ੇ ਨੂੰ ਦੇਖ ਕੇ ਦੱਸੋ ਕਿ ਭਾਰਤ ਦੇ ਕਿਹੜੇ ਰਾਜ ਵਿੱਚ ਸੋਨਾ ਸਭ ਤੋਂ ਵੱਧ ਮਿਲਦਾ ਹੈ। ਆਪਸ਼ਨ ਹੈਗੇ ਆ ਕਰਨਾਟਕਾ, ਉੜੀਸਾ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼। ਤਾਂ ਬੱਚਿਓ, ਆ ਸਾਡਾ ਭਾਰਤ ਦਾ ਨਕਸ਼ਾ ਆ। ਇਹਦੇ ਵਿੱਚ ਇੱਕੋ ਹੀ ਜਗ੍ਹਾ ਤੁਹਾਨੂੰ ਰੰਗ ਨਜ਼ਰ ਆ ਰਿਹਾ ਆ, ਬਰਾਊਨ ਜਿਹਾ, ਉਹ ਕਰਨਾਟਕਾ ਆ, ਜਿੱਥੇ ਸਭ ਤੋਂ ਵੱਧ ਸੋਨਾ ਭਾਰਤ ਦੇ ਵਿੱਚ ਮਿਲਦਾ ਆ। ਹੁਣ ਕਰਨਾਟਕਾ ਦੇ ਵਿੱਚ ਅੱਗੇ ਪੁਆਇੰਟ ਦੱਸੇ ਮੇਨ, ਇੱਕ ਕੋਲਾਰ ਦੀ ਖਾਨ ਹੈਗੀ ਆ, ਇੱਕ ਹੱਟੀ। ਆ ਦੋ ਲਾਲ ਬਿੰਦੂ ਜਿਹੜੇ ਨਜ਼ਰ ਆ ਰਹੇ ਆ, ਜੇਕਰ ਤੁਸੀਂ ਨਕਸ਼ੇ 'ਚ ਭਰਨੇ ਹੋਊਗੇ ਤਾਂ ਇਸ ਤਰੀਕੇ ਨਾਲ ਉਹਨੂੰ ਭਰ ਸਕਦੇ ਆ। ਇਹ ਸੋਨੇ ਦੀਆਂ ਖਾਨਾਂ ਆ ਕਰਨਾਟਕ ਦੇ ਵਿੱਚ। ਤੀਸਰਾ ਪ੍ਰਸ਼ਨ ਹੈ, ਭਾਰਤ ਦੇ ਰਾਜਨੀਤਿਕ ਪ੍ਰਸ਼ਨ ਨੇ ਆਪਾਂ ਕਰ ਲਿਆ, ਇਹਦਾ ਉੱਤਰ ਇਹੀ ਆ ਆਪਸ਼ਨ ਜਿਹੜਾ ਆਪਾਂ ਇਹਨੂੰ ਚੂਜ਼ ਕਰਨੀ ਸੀ, ਕਰ ਚੁੱਕੇ ਹਾਂ। ਚੌਥਾ ਪ੍ਰਸ਼ਨ ਹੈਗਾ, ਬਿਰਸਾ ਮੁੰਡਾ ਵਿਦਰੋਹ ਦੇ ਪ੍ਰਭਾਵ ਅਧੀਨ ਅੰਗਰੇਜ਼ੀ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਜ਼ਮੀਨ ਦੇਣ ਦੇ ਹੱਕ ਵਿੱਚ ਇੱਕ ਐਕਟ 1908 ਈਸਵੀ ਵਿੱਚ ਪਾਸ ਕੀਤਾ, ਜਿਸ ਦੇ ਪਾਸ ਹੋਣ ਨਾਲ ਛੋਟੇ ਕਿਸਾਨਾਂ ਨੂੰ ਜ਼ਮੀਨ ਦੇ ਹੱਕ ਮਿਲ ਗਏ ਅਤੇ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗ ਪਏ। ਇਹ ਐਕਟ ਕੀ ਸੀ? ਬਿਰਸਾ ਮੁੰਡਾ ਬਾਰੇ ਤੁਸੀਂ ਸਾਰਿਆਂ ਨੇ ਪੜ੍ਹਿਆ। ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਲਈ ਅੰਦੋਲਨ ਕੀਤੇ ਸੀ, ਕਿਉਂਕਿ ਉਸ ਵੇਲੇ ਜਿਹੜੇ ਜ਼ਮੀਂਦਾਰ ਸੀ, ਕਿਉਂਕਿ ਅੰਗਰੇਜ਼ਾਂ ਨੇ ਜ਼ਮੀਂਦਾਰਾਂ ਨੂੰ ਭੂਮੀ ਦੇ ਦਿੱਤੀ ਅਤੇ ਉਸ ਭੂਮੀ ਨੂੰ ਉਹਨਾਂ ਨੇ ਅੱਗੇ ਕਿਸਾਨਾਂ ਨੂੰ ਦਿੱਤਾ ਸੀ, ਜ਼ਮੀਂਦਾਰਾਂ ਨੂੰ, ਅਤੇ ਉਹ ਕਿਸਾਨਾਂ ਤੋਂ ਲੁੱਟ ਖੋਹ ਕਰਦੇ ਸੀ। ਯਾਨੀ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਸੀਗਾ। ਛੋਟਾ ਨਾਗਪੁਰ ਦੇ ਵਿੱਚ ਇਹ ਜਗ੍ਹਾ ਹੈ ਜਿੱਥੇ ਇਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ, ਤਾਂ ਉੱਥੇ ਐਕਟ ਬਣਿਆ ਸੀ ਛੋਟਾ ਨਾਗਪੁਰ ਐਕਟ। ਪੰਜਵਾਂ ਪ੍ਰਸ਼ਨ ਹੈ, ਵਿਦਿਆਰਥੀਓ, ਦਸੰਬਰ 2002 ਵਿੱਚ ਸੰਵਿਧਾਨ ਵਿੱਚ 86ਵੀਂ ਸੋਧ ਕੀਤੀ ਗਈ, ਜਿਸ ਵਿੱਚ 6 ਤੋਂ 14 ਸਾਲ ਦੇ ਹਰੇਕ ਬੱਚੇ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ। ਇਸ ਨੂੰ ਅਮਲੀ ਰੂਪ ਕਦੋਂ ਦਿੱਤਾ ਗਿਆ? ਤਾਂ ਬੱਚਿਓ, ਇਸ ਨੂੰ ਅਮਲੀ ਰੂਪ ਦਿੱਤਾ ਗਿਆ 2009 ਦੇ ਵਿੱਚ, ਵੀ 6 ਤੋਂ 14 ਸਾਲ ਦੇ ਹਰੇਕ ਬੱਚੇ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਆ। ਛੇਵਾਂ ਪ੍ਰਸ਼ਨ ਹੈ, ਅਧਿਆਪਕ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਥਾਈ ਬੰਦੋਬਸਤ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਇੱਕ ਅੰਗਰੇਜ਼ ਅਫਸਰ ਨੇ ਰਇਤਵਾੜੀ ਪ੍ਰਬੰਧ ਲਾਗੂ ਕੀਤਾ, ਜਿਸ ਵਿੱਚ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ
ਭੂਮੀ ਲਗਾਨ ਲੈਣ ਦਾ ਫੈਸਲਾ ਕੀਤਾ, ਉਸ ਅੰਗਰੇਜ਼ ਅਫਸਰ ਦਾ ਨਾਂ ਕੀ ਸੀ? ਤਾਂ ਬੱਚਿਓ ਫੋਟੋ ਵਿੱਚ ਲੱਗੀ ਹੋਈ ਹੈ, 4 ਆਪਸ਼ਨ ਹੈ, ਲਾਰਡ ਕਾਰਨਵਾਲਿਸ, ਲਾਰਡ ਮੋਨਰੋ, ਇਹਨਾਂ ਵਿੱਚੋਂ ਕੋਈ ਨਹੀਂ, ਲਾਰਡ ਡਲਹੌਜੀ। ਤਾਂ ਆਪਾਂ ਦੇਖੀਏ 2 ਚੀਜ਼ਾਂ ਦੱਸੀਆਂ ਵਿੱਚ, ਸਥਾਈ ਬੰਦੋਬਸਤ ਅਤੇ ਰਇਤਵਾੜੀ ਪ੍ਰਬੰਧ। ਹੁਣ ਸਥਾਈ ਬੰਦੋਬਸਤ ਕੀ ਸੀ? ਸਥਾਈ ਬੰਦੋਬਸਤ ਜਿਹੜਾ ਸੀਗਾ ਉਹਦੇ ਵਿੱਚ ਅੰਗਰੇਜ਼ਾਂ ਨੇ ਬੰਗਾਲ ਦੇ ਜ਼ਮੀਂਦਾਰਾਂ ਨਾਲ ਇੱਕ ਸਮਝੌਤਾ ਕੀਤਾ ਸੀਗਾ 22 ਮਾਰਚ 1793 ਨੂੰ, ਜਿਹਦੇ ਵਿੱਚ ਇੱਕ ਨਿਸ਼ਚਿਤ ਰਕਮ ਤੈਅ ਕਰ ਲਈ ਜਾਂਦੀ ਸੀ, ਜਿਹੜੀ ਉਹਨਾਂ ਜ਼ਮੀਂਦਾਰਾਂ ਨੂੰ ਕਿਸਾਨਾਂ ਤੋਂ ਲੈ ਕੇ ਨਿਸ਼ਚਿਤ ਸਮੇਂ 'ਚ ਦੇਣੀ ਪੈਂਦੀ ਸੀ, ਨਹੀਂ ਤਾਂ ਉਹ ਜ਼ਮੀਨ ਜਿਹੜੀ ਨਿਲਾਮ ਕਰਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ ਸੀ। ਇਹਦੇ ਬਦਲ ਦੇ ਤੌਰ ਦੇ ਵਿੱਚ ਰਇਤਵਾੜੀ ਪ੍ਰਬੰਧ ਆਇਆ, ਜਿਹੜਾ ਥਾਮਸ ਮੁਨਰੋ, ਇਹ ਫੋਟੋ ਥਾਮਸ ਮੁਨਰੋ ਦੀ ਆ, ਇਹਨੇ ਸ਼ੁਰੂ ਕੀਤਾ ਸੀ। ਇਹਦੇ ਵਿੱਚ ਕੰਪਨੀ ਨੇ ਕਿਸਾਨਾਂ ਨਾਲ ਸਿੱਧਾ ਸਮਝੌਤਾ ਕਰ ਲਿਆ। ਕਿਸਾਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਜਿੰਨਾ ਵੀ ਲਗਾਨ ਆ ਜਾਂ ਟੈਕਸ ਆ ਉਹ ਸਾਨੂੰ ਸਿੱਧਾ ਜਮ੍ਹਾਂ ਕਰਾਉਣਾ ਆ, ਅਤੇ ਜਿਹੜਾ ਨਹੀਂ ਦਿੰਦਾ ਸੀਗਾ ਉਹਨੂੰ ਜ਼ਮੀਨ ਤੋਂ ਵਾਂਝਾ ਕਰ ਦਿੱਤਾ ਜਾਂਦਾ ਸੀ। ਤਾਂ ਸਾਡਾ ਉੱਤਰ ਹੈਗਾ ਲਾਰਡ ਮੁਨਰੋ, ਥਾਮਸ ਮੁਨਰੋ ਆ ਪੂਰਾ ਨਾਂ ਉਹਨਾਂ ਦਾ। 7ਵਾਂ ਪ੍ਰਸ਼ਨ ਆ, ਅਖਬਾਰਾਂ ਮਨੁੱਖ ਦੀ ਜਾਣਕਾਰੀ ਵਿੱਚ ਵਾਧਾ ਕਰਦੀਆਂ ਹਨ, ਹੇਠ ਲਿਖਿਆਂ ਵਿੱਚੋਂ ਉਹ ਅਖਬਾਰ ਦੱਸੋ ਜੋ ਆਜ਼ਾਦੀ ਤੋਂ ਪਹਿਲਾਂ ਅਤੇ ਹੁਣ ਵੀ ਛਪਦੀਆਂ ਹਨ। ਜੋ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋਈਆਂ ਸੀ ਪਰ ਹੁਣ ਵੀ ਛਪਦੀਆਂ ਆ। ਤਾਂ ਬੱਚਿਓ ਅਖਬਾਰਾਂ ਤੁਸੀਂ ਅਕਸਰ ਦੇਖਦੇ ਹੋ, ਟ੍ਰਿਬਿਊਨ ਅਤੇ ਟਾਈਮਸ ਆਫ ਇੰਡੀਆ ਆ, ਅਤੇ ਦੂਸਰੀ ਅਖਬਾਰ ਹੈਗੀ ਆ ਦਾ ਟ੍ਰਿਬਿਊਨ। ਇਹ ਦੋਵੇਂ ਅਖਬਾਰਾਂ ਜਿਹੜੀਆਂ ਹੁਣ ਵੀ ਛਪਦੀਆਂ, ਅਤੇ ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਵੀ ਇਹ ਛਪਦੀਆਂ ਸੀ। 8ਵਾਂ ਪ੍ਰਸ਼ਨ ਹੈ, ਅਮਨਦੀਪ ਦਾ ਭਰਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਉਹ ਉਸ ਨੂੰ ਦੱਸਦਾ ਹੈ ਕਿ ਕੁਝ ਖਣਿਜ ਪਦਾਰਥਾਂ ਦਾ ਪ੍ਰਯੋਗ ਸਿੱਧੇ ਰੂਪ ਵਿੱਚ ਨਹੀਂ ਕੀਤਾ ਜਾਂਦਾ, ਸਗੋਂ ਪਹਿਲਾਂ ਉਹਨਾਂ ਦੀਆਂ ਅਸ਼ੁੱਧੀਆਂ ਦੂਰ ਕੀਤੀਆਂ ਜਾਂਦੀਆਂ ਹਨ। ਉਹ ਕਿਹੜੇ ਖਣਿਜ ਪਦਾਰਥ ਹੈ? ਬੱਚੋ ਖਣਿਜ ਪਦਾਰਥਾਂ ਦਾ ਸਾਨੂੰ ਪਤਾ, ਖਣਿਜ ਪਦਾਰਥ ਕੀ ਆ? ਜਿਹੜੇ ਧਰਤੀ ਦੇ ਵਿੱਚ ਆਪਾਂ ਕੱਢਦੇ ਹਾਂ, ਚੱਟਾਨਾਂ ਦੀ ਟੁੱਟ ਭੱਜ ਤੋਂ ਬਣਦੇ ਆ, ਉਹਦੇ ਵਿੱਚੋਂ ਕੱਢ ਕੇ ਅਸੀਂ ਉਹਨੂੰ ਛਾਣਦੇ ਹਾਂ ਜਾਂ ਉਹਨੂੰ ਫੈਕਟਰੀਆਂ ਦੇ ਵਿੱਚ ਉਹਦੀ ਸੋਧ ਕਰਦੇ ਹਾਂ, ਫਿਰ ਉਹਨੂੰ ਅਸੀਂ ਵਰਤ ਸਕਦੇ ਹਾਂ। ਠੀਕ ਹੈ, ਤਾਂ ਜਿਹੜੇ ਜਿੰਨੇ ਵੀ ਉਹਨਾਂ ਨੇ ਦਿੱਤੇ ਆਪਸ਼ਨ ਉਹ ਸਾਰੇ ਦੇ ਸਾਰੇ ਜਿਹੜੇ ਸਿੱਧੇ ਤੌਰ 'ਤੇ ਅਸੀਂ ਨਹੀਂ ਵਰਤ ਸਕਦੇ, ਭਾਵੇਂ ਪੈਟਰੋਲ ਹੈਗਾ, ਭਾਵੇਂ ਲੋਹਾ ਆ, ਭਾਵੇਂ ਤਾਂਬਾ ਆ, ਇਹਨਾਂ ਸਾਰਿਆਂ ਨੂੰ ਪਹਿਲਾਂ ਸ਼ੁੱਧ ਕੀਤਾ ਜਾਂਦਾ ਹੈ ਅਤੇ ਫਿਰ ਇਹਨਾਂ ਨੂੰ ਵਰਤਿਆ ਜਾਂਦਾ ਹੈ। 9ਵਾਂ ਪ੍ਰਸ਼ਨ ਹੈ, ਰਮੇਸ਼ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ, ਪਿਤਾ ਜੀ ਅਸੀਂ ਆਪਣੇ ਖੇਤਾਂ ਵਿੱਚ ਫਸਲ ਕਿਉਂ ਨਹੀਂ ਉਗਾਉਂਦੇ? ਰਮੇਸ਼ ਦੇ ਪਿਤਾ ਜੀ ਨੇ ਜਵਾਬ ਦਿੱਤਾ ਕਿ ਇਸ ਮਿੱਟੀ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੋਰਸ ਅਤੇ ਨਾਈਟ੍ਰੋਜਨ ਆਦਿ ਤੱਤਾਂ ਦੀ ਘਾਟ ਹੈ। ਤੁਸੀਂ ਇਹ ਦੱਸੋ ਕਿ ਇਹ ਮਿੱਟੀ ਕਿਹੜੀ ਹੈ? ਹੁਣ ਕਿਹੜੀ ਮਿੱਟੀ ਹੈ ਜਿਨ੍ਹਾਂ ਦੇ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੋਰਸ ਅਤੇ ਨਾਈਟ੍ਰੋਜਨ ਦੀ ਘਾਟ ਆ? ਤਾਂ ਉਹ ਬੱਚਿਓ ਉਹ ਮਿੱਟੀ ਹੈਗੀ ਆ ਲਾਲ ਮਿੱਟੀ। ਠੀਕ ਹੈ, ਜਿਹੜੀ ਲੈਟਰਾਈਟ ਮਿੱਟੀ ਹੁੰਦੀ ਆ ਇਹਦੇ ਵਿੱਚ ਲੋਹਾ, ਐਲੂਮੀਨੀਅਮ ਅਤੇ ਚੂਨਾ ਦੀ ਮਾਤਰਾ ਜ਼ਿਆਦਾ ਹੁੰਦੀ ਆ, ਅਤੇ ਜਦੋਂ ਜਦੋਂ ਆਪਾਂ ਹੋਰ ਥੋੜ੍ਹਾ ਡੂੰਘਾ ਜਾਈਏ ਤਾਂ ਲੋਹਾ ਆਕਸਾਈਡ ਅਤੇ ਪੋਟਾਸ਼ ਵੀ ਇਹਦੇ ਵਿੱਚ ਮਿਲਦਾ ਆ, ਅਤੇ ਇਹਦੇ ਵਿੱਚ ਕਣਕ, ਚੌਲ, ਦਾਲਾਂ, ਚਾਹ ਵਗੈਰਾ ਇਹ ਲੈਟਰਾਈਟ ਮਿੱਟੀ 'ਚ ਮਿਲਦੀ ਆ। ਜਿਹੜੀ ਲਾਲ ਮਿੱਟੀ ਦੀ ਆਪਾਂ ਗੱਲ ਕੀਤੀ ਆ, ਇਹਦਾ ਰੰਗ ਵੀ ਲਾਲ ਹੁੰਦਾ, ਦੇਖਣ 'ਚ ਕਈ ਵਾਰੀ ਪੀਲੀ ਲੱਗਦੀ, ਚੋਕਲੇਟੀ ਲੱਗਦੀ ਆ। ਠੀਕ ਹੈ, ਇਹਦੇ ਵਿੱਚ ਬਾਜਰਾ, ਕਣਕ, ਮੋਟੇ ਅਨਾਜ ਜਿਹੜੇ ਸਾਨੂੰ ਅਕਸਰ ਮਿਲ ਜਾਂਦੇ ਆ। ਫਿਰ ਜਿਹੜੀ ਮਾਰੂਥਲੀ ਮਿੱਟੀ ਆ ਉਹਦੇ ਵਿੱਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਆ, ਅਤੇ ਰੇਤ ਦੀ ਰੇਤ ਹੁੰਦੀ, ਜਿਵੇਂ ਰਾਜਸਥਾਨ ਦਾ ਇਲਾਕਾ ਥਾਰ ਮਾਰੂਥਲ ਉੱਥੇ ਹੈਗਾ, ਉੱਥੇ ਇਹ ਜਿਹੜੀ ਮਿੱਟੀ ਪਾਈ ਜਾਂਦੀ ਹੈ, ਅਤੇ ਇਹਦੇ ਵਿੱਚ ਲੋਹਾ, ਫਾਸਫੋਰਸ ਜ਼ਿਆਦਾ ਹੁੰਦੇ ਆ। ਫਸਲਾਂ ਜਵਾਰ, ਬਾਜਰਾ, ਕਪਾਹ ਵਗੈਰਾ ਇਹਦੇ ਵਿੱਚ ਬੀਜੀ ਜਾਂਦੀ, ਜਿੱਥੇ ਪਾਣੀ ਥੋੜ੍ਹਾ ਬਹੁਤ ਮਿਲ ਜਾਂਦਾ ਉਸ ਜਗ੍ਹਾ 'ਤੇ ਫਸਲਾਂ ਬੀਜੀਆਂ ਜਾਂਦੀਆਂ। ਬਾਕੀ ਜਦੋਂ ਤੱਕ ਪਰਬਤੀ ਅਤੇ ਜੰਗਲੀ ਮਿੱਟੀ ਦਾ ਸੰਬੰਧ ਹੈਗਾ, ਉਹਦੇ ਵਿੱਚ ਪੋਟਾਸ਼, ਫਾਸਫੋਰਸ, ਚੂਨਾ ਇਹ ਬਹੁਤ ਘੱਟ ਮਾਤਰਾ 'ਚ ਮਿਲਦਾ। ਚਾਹ, ਮੱਕੀ, ਮਸਾਲੇ, ਜੌਂ, ਕਾਫੀ, ਫਲ ਇਹ ਚੀਜ਼ਾਂ ਜਿਹੜੀਆਂ ਸਾਨੂੰ ਪਰਬਤੀ ਮਿੱਟੀ 'ਚ ਮਿਲਦੀਆਂ। ਤਾਂ ਇਸ ਤਰ੍ਹਾਂ ਇਹਦਾ ਆਪਸ਼ਨ ਹੈਗਾ, ਸਾਡਾ ਆਨਸਰ ਹੈਗਾ ਲਾਲ ਮਿੱਟੀ। ਅੱਗੇ 10ਵਾਂ ਪ੍ਰਸ਼ਨ ਹੈਗਾ, ਅਮਰ ਸਿੰਘ ਉਸ ਸੰਸਥਾ ਵਿੱਚ ਕੰਮ ਕਰਦਾ ਹੈ ਜਿਸ ਨੂੰ ਕਾਨੂੰਨ ਦੀ ਪੈਰਵੀ ਕਰਨ ਲਈ ਗਠਨ ਕੀਤਾ ਗਿਆ ਹੈ। ਉਹ ਆਜ਼ਾਦ ਅਤੇ ਨਿਰਪੱਖ ਹੈ। ਜੇਕਰ ਕੋਈ ਸੰਸਥਾ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਹ ਉਸ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਉਸ ਸੰਸਥਾ ਦਾ ਨਾਂ ਕੀ ਹੈ? ਸਾਨੂੰ ਪਤਾ ਕਾਨੂੰਨ ਦੀ ਰਾਖੀ ਕਰਨ ਵਾਲੀ ਸੰਸਥਾ ਕਿਹੜੀ ਹੈ? ਉਹ ਸੰਸਥਾ ਹੈਗੀ ਆ ਨਿਆਂਪਾਲਿਕਾ। ਠੀਕ ਹੈ, ਵਿਧਾਨ ਪਾਲਿਕਾ ਦਾ ਕੰਮ ਹੁੰਦਾ ਕਾਨੂੰਨ ਬਣਾਉਣਾ, ਕਾਰਜਪਾਲਿਕਾ ਦਾ ਕੰਮ ਹੁੰਦਾ ਕਾਨੂੰਨਾਂ ਨੂੰ ਲਾਗੂ ਕਰਨਾ, ਅਤੇ ਨਿਆਂਪਾਲਿਕਾ ਦਾ ਕੰਮ ਹੁੰਦਾ ਕਾਨੂੰਨ ਦੀ ਰੱਖਿਆ ਕਰਨੀ। ਸੋ ਬੱਚਿਓ ਇਹ ਸਾਡਾ ਕੁਇਜ਼ ਸੀਗਾ 8ਵੀਂ ਕਲਾਸ ਦਾ, ਜਿਹੜਾ ਪੈਸ ਦੇ ਵਿੱਚ ਆਇਆ। ਇਸ ਤਰ੍ਹਾਂ ਦੇ ਰਿਲੇਟਡ ਕੁਇਜ਼ ਅੱਗੇ ਵੀ ਹੁੰਦੇ ਰਹਿਣਗੇ,
ਤੇ ਤੁਸੀਂ ਬੱਚਿਓ ਧਿਆਨ ਨਾਲ ਸੋਚ ਸਮਝ ਕੇ ਇਹਨਾਂ ਦੇ ਆਨਸਰ ਕਰਨੇ ਆ ਤੇ ਆਪਣੀ ਤਿਆਰੀ ਕਰਨੀ ਹੈ। ਧੰਨਵਾਦ।